ਸਾਹਿਬ ਜੀ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲ ਚੁਕੇ ਬਾਰਿਕ ਤੂੰ ਹਰ ਪਿਤਾ ਮਾਇਆ। ਸਤਨਾਮ। ਧੰਨ ਵਾਹਿਗੁਰੂ ਜੀ। ਸੰਤ ਅਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਜੀਉ ਜਿਨ ਸਾਜਿਆ ਸਾਰਿਆਂ ਜਿੰਦ, ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤ। ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ। ਜਿਸ ਮਨ ਵਸੈ ਨਰਾਇਣੋ, ਸੋ ਕਹੀਐ ਭਗਵੰਤ। ਜੀ ਕੀ ਲੋਚਾ ਪੂਰੀਐ, ਮਿਲੈ ਸੁਆਮੀ ਕੰਤ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਦਿਨ ਰੈਣ ਜਿਸ ਨਾ ਵਿਸਰੈ, ਸੋ ਹਰਿਆ ਹੋਵੈ ਜੰਤ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਦਿਨ ਰੈਣ ਜਿਸ ਨਾ ਵਿਸਰੈ, ਸੋ ਹਰਿਆ ਹੋਵੈ ਜੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਹੁ ਜੁਗ ਅਟਲ, ਸ਼ਬਦ ਗੁਰੂ ਬਾਣੀ ਕੇ ਬੋਹਿਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਸਥਾਨ 'ਤੇ ਦਿਨ ਰੈਣ ਬਾਣੀ ਦੇ ਵਿਚਾਰ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਅੱਜ ਤੀਜਾ ਸ਼ਬਦ ਜੋ ਮੰਗਲਾਚਰਨ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸੰਤ ਅਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਜੀਉ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀਆਂ ਜਿੰਦ। ਪਾਵਨ ਅੰਕ 137 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਨੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ ਸੀਸ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਚਨਾਂ ਦੇ ਰਾਹੀਂ ਇਹ ਕਿਰਪਾ ਕਰ ਰਹੇ ਹਨ ਕਿ ਅਸੀਂ ਉਸ ਪਰਮੇਸ਼ਰ ਨੂੰ ਦਿਨ ਰਾਤ ਹਰ ਵੇਲੇ ਆਰਾਧਨਾ ਹੈ, ਯਾਦ ਕਰਨਾ ਹੈ, ਪਰਮਾਤਮਾ ਨੂੰ ਸਿਮਰਨਾ ਹੈ। ਕਿਉਂ ਸਿਮਰਨਾ ਹੈ? ਕਿਉਂਕਿ ਉਹ ਮਾਲਕ ਪ੍ਰਭੂ ਹੀ ਸਾਰੇ ਜੀਵਾਂ ਦੇ ਉੱਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਮਿਹਰ ਕਰਨ ਵਾਲਾ ਹੈ। ਜੇ ਸਾਰਿਆਂ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ ਔਰ ਸਾਰਿਆਂ ਨੂੰ ਬਖਸ਼ਣ ਵਾਲਾ ਹੈ, ਤੇ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ ਕਿ ਜਿਹੜਾ ਸਾਡੀਆਂ ਗਲਤੀਆਂ ਨੂੰ
ਸਾਡੇ ਕੀਤੇ ਹੋਏ ਗੁਨਾਹਾਂ ਨੂੰ ਉਹ ਬਖਸ਼ ਦੇਵੇ, ਕਿਉਂਕਿ ਬਾਕੀ ਸੰਸਾਰ ਦੇ ਵਿੱਚ ਸਾਡੇ ਕੀਤੀਆਂ ਗਲਤੀਆਂ, ਸਾਡੇ ਕੀਤੇ ਗੁਨਾਹ ਸੰਸਾਰ ਨਹੀਂ ਬਖਸ਼ਦਾ, ਪਰਿਵਾਰ ਨਹੀਂ ਬਖਸ਼ਦਾ, ਸਮਾਜ ਨਹੀਂ ਬਖਸ਼ਦਾ। ਪਰ ਇੱਕ ਹੈ ਜੋ ਸਾਡੀਆਂ ਜਿਤਨੀਆਂ ਮਰਜ਼ੀਆਂ ਅਸੀਂ ਗਲਤੀਆਂ ਕੀਤੀਆਂ ਹੋਣ, ਉਹ ਬਖਸ਼ਣ ਹੈ, ਸਾਡੀਆਂ ਸਾਰੀਆਂ ਗਲਤੀਆਂ ਨੂੰ ਬਖਸ਼ਣ ਵਾਲਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ ਫਿਰ ਉਸ ਨੂੰ ਸਿਮਰੀਏ, ਉਸ ਨੂੰ ਯਾਦ ਰੱਖੀਏ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਭਾਵ ਕਿ ਜਿਸ ਨੇ ਸਾਡੇ ਕੰਮ ਹੀ ਨਹੀਂ ਆਉਣਾ, ਜਿਹੜਾ ਸਾਡੇ ਗੁਨਾਹ ਨੂੰ ਦੇਖ ਕੇ ਔਰ ਉਹਨਾਂ ਨੂੰ ਕਦੀ ਭੁੱਲੇ ਨਾ, ਉਹਨਾਂ ਨੂੰ ਕਦੀ ਬਖਸ਼ੇ ਨਾ, ਉਸ ਨੂੰ ਯਾਦ ਕਰਕੇ ਵੀ ਕੀ ਕਰਨਾ ਹੈ। ਕਿਉਂਕਿ ਮਨੁੱਖ ਦੀ ਇੱਕ ਗਲਤੀ ਵੀ ਮਨੁੱਖ ਨੂੰ ਯਾਦ ਰਹਿੰਦੀ ਹੈ, ਮਨੁੱਖ ਦੇ ਹਜ਼ਾਰਾਂ ਪਰਉਪਕਾਰ ਵੀ ਮਨੁੱਖ ਨੂੰ ਯਾਦ ਨਹੀਂ ਰਹਿੰਦੇ। ਇੱਕ ਮਨੁੱਖ ਹਜ਼ਾਰਾਂ ਪਰਉਪਕਾਰ ਕਰਕੇ ਕਰੇ, ਕਿਸੇ ਨੂੰ ਚੇਤੇ ਨਹੀਂ, ਪਰ ਉਹੀ ਮਨੁੱਖ ਇੱਕ ਗਲਤੀ ਕਰ ਲਵੇ, ਸਾਰਿਆਂ ਨੂੰ ਚੇਤੇ ਰਹਿੰਦੀ ਹੈ। ਪਰ ਇੱਕ ਪਰਮਾਤਮਾ ਹੈ, ਉਹ ਹਜ਼ਾਰਾਂ ਪਰਉਪਕਾਰ ਸਾਡੇ ਚੇਤੇ ਰੱਖਦਾ ਹੈ। ਇਸ ਕਰਕੇ ਸਾਹਿਬ ਸਾਨੂੰ ਸਮਝਾਉਣ ਲੱਗੇ, ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ੰਡ। ਆਖਣ ਲੱਗੇ ਜਿਹੜੇ ਸੰਤ ਜਨ ਨੇ, ਗੁਰਮੁਖ ਜਨ ਨੇ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਦੇ ਰਹਿੰਦੇ ਨੇ, ਉਸ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਨੇ, ਜੋ ਸਭਨਾਂ ਦੇ ਉੱਤੇ ਬਖਸ਼ਿਸ਼ਾਂ ਕਰਨ, ਸਭਨਾਂ ਨੂੰ ਬਖਸ਼ਣ ਵਾਲਾ ਹੈ। ਸਭਨਾਂ ਦੇ ਗੁਨਾਹ ਜਿਹੜਾ ਹੈ ਉਹਨਾਂ ਨੂੰ ਉਹ ਚਿਤਾਰਦਾ ਨਹੀਂ ਹੈ। ਉਹਦੀ ਐਸੀ ਖੇਡ ਹੈ ਮਾਲਕ ਦੀ ਕਿ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ। ਸਾਡੇ ਖਤਾ, ਸਾਡੇ ਗੁਣਾਂ ਦਾ ਕੋਈ ਅੰਤ ਤੇ ਪਾਰਾਵਾਰ ਨਹੀਂ। ਇਸ ਕਰਕੇ ਗੁਰਬਾਣੀ ਨੇ ਕਿਹਾ ਕਿ ਹਰ ਜੀਓ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਬੜ ਗੁਨਾਹਗਾਰ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ ਲਓ, ਅਸੀਂ ਅਤ ਦੇ ਪਾਪੀ ਹਾਂ। ਕਿਉਂਕਿ ਉਸ ਦਾ ਸੁਭਾਅ ਜਿਹੜਾ ਨਾ ਪਰਮਾਤਮਾ ਦਾ, ਸਦ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਸੀਂ ਪਾਪੀ ਹਾਂ, ਉਹ ਮਾਲਕ ਸਾਡੇ ਪਾਪਾਂ ਨੂੰ ਖੰਡਨ ਕਰ ਦਿੰਦਾ ਹੈ। ਕਿਉਂਕਿ ਸਭਨਾ ਕਾ ਬਖਸ਼ੰਦ, ਸਾਰਿਆਂ ਨੂੰ ਬਖਸ਼ਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੇ ਮਹਾਰਾਜ ਕਹਿੰਦੇ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਆਂ ਜਿੰਦ। ਜਿਸ ਪਰਮਾਤਮਾ ਨੇ ਸਭ ਜੀਵਾਂ ਦੀ ਜਿੰਦ ਸਾਜੀ ਹੈ, ਸਭ ਦਾ ਸਰੀਰ ਪੈਦਾ ਕੀਤਾ ਹੈ ਔਰ ਮਿਹਰ ਕਰਕੇ ਸਭਨਾਂ ਨੂੰ ਇਹ ਦਿੱਤੀਆਂ ਜਿੰਦ, ਜਿੰਦ ਦਿੱਤੀ, ਉਹਦੀ ਕਿਰਪਾ ਹੈ। ਸਰੀਰ ਬਣ ਜਾਏ ਪਰ ਜਿੰਦ ਨਾ ਹੋਏ, ਇਹ ਮਿੱਟੀ ਹੈ। ਭਾਵ ਕਿ ਮਾਤਾ ਦੇ ਗਰਭ ਵਿੱਚ ਸਰੀਰ ਬਣ ਜਾਏ ਤੇ ਸੰਸਾਰ ਵਿੱਚ ਜਿਸ ਦਿਨ ਆਵੇ ਉਸ ਦਿਨ ਜਿੰਦ ਨਾ ਹੋਵੇ, ਕਿ ਇਸ ਸਰੀਰ ਨੂੰ ਕੋਈ ਘਰ ਰੱਖ ਲਵੇਗਾ, ਇਸ ਸਰੀਰ ਨੂੰ ਕੋਈ ਪ੍ਰਵਾਨ ਕਰ ਲਏਗਾ, ਨਹੀਂ। ਇਹ ਜਿੰਦ ਤੋਂ ਬਿਨਾਂ ਸਰੀਰ ਕਿਸੇ ਕੰਮ ਦਾ ਨਹੀਂ। ਔਰ ਸੱਚ ਜਾਣਨਾ ਦੋਨੋਂ ਚੀਜ਼ਾਂ ਨੇ। ਸਰੀਰ ਹੈ ਤਾਂ ਜਿੰਦ ਚਾਹੀਦੀ ਹੈ, ਤੇ ਜਿੰਦ ਹੈ ਤੇ ਉਸ ਨੂੰ ਰਹਿਣ ਵਾਸਤੇ ਸਰੀਰ ਚਾਹੀਦਾ। ਇਹ ਆਪਸੀ ਬੜਾ ਨੇੜਲਾ ਤਾਲਮੇਲ ਹੈ। ਉਸ ਮਾਲਕ ਨੇ ਕਿਰਪਾ ਕੀਤੀ ਕਿ ਸਾਡੇ ਸਰੀਰ ਨੂੰ ਬਣਾਇਆ। ਦੇਖੋ ਨਾ ਮਾਲਕ ਦੀ ਘਾੜਤ ਕਿ ਉਸਨੇ ਸਾਡੇ ਇਸ ਸਰੀਰ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ। ਭਗਤ ਧੰਨਾ ਜੀ ਤੇ ਬੜੇ ਕਮਾਲ ਦੇ ਬਚਨ ਕਰਦੇ ਨੇ, ਕਹਿੰਦੇ ਰੱਬ ਦੀ ਖੇਡ ਵੇਖੋ ਦੁਨੀਆ ਦੇ ਲੋਕੋ, ਜੰਨੀ ਕੇਰੇ ਉਦਕ ਉਦਰ ਮੈਂ ਪਿੰਡ ਕੀਆ 10 ਦੁਆਰਾ। ਜੰਨੀ ਕਹਿੰਦੇ ਨੇ ਜਨਮ ਦੇਣ ਵਾਲੀ ਮਾਂ, ਉਹਦੇ ਕਹਿੰਦੇ ਢਿੱਡ ਦੇ ਵਿੱਚ ਪਾਣੀ ਦੇ ਉੱਤੇ ਸਾਡੀ ਤਸਵੀਰ ਬਣਾਈ। ਜੰਨੀ ਕੇਰੇ ਉਦਕ ਉਦਰ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਕਹਿੰਦੇ ਸਾਡਾ ਜਿਹੜਾ ਖਸਮ ਹੈ ਇਹੋ ਜਿਹਾ ਕਿ ਉੱਥੇ ਮਾਤਾ ਦੇ ਗਰਭ ਵਿੱਚ ਆਹਾਰ ਦੇ ਕੇ ਸਾਡੀ ਰੱਖਿਆ ਕਰਦਾ ਹੈ। ਔਰ ਕਿਸ ਤਰ੍ਹਾਂ ਪਰਮਾਤਮਾ ਨੇ ਦੇਖੋ ਇਸ ਸਰੀਰ ਨੂੰ ਸਾਜਿਆ। ਮਾਟੀ ਤੇ ਜਿਨ ਪਿੰਡ ਕੀਆ, ਮਿੱਟੀ ਤੋਂ ਜਿਸਨੇ ਇਹ ਸਰੀਰ ਬਣਾ ਦਿੱਤਾ ਪਰਮਾਤਮਾ ਨੇ। ਕਿਉਂਕਿ ਮਾਂ ਕੀ ਰਗਤ ਪਿਤਾ ਬਿੰਦ ਧਾਰਾ, ਮਾਤਾ ਦੀ ਰਗਤ, ਪਿਤਾ ਦੀ ਬੂੰਦ ਤੋਂ ਇਸ ਸਰੀਰ ਦੀ ਘਾਟ ਕੱਢ ਦਿੱਤੀ।
ਇਸ ਕਰਕੇ ਮਹਾਰਾਜ ਕਹਿੰਦੇ ਜੀਓ ਪਿੰਡ ਜਿਨ ਸਾਜਿਆ, ਜਿਸ ਪਰਮਾਤਮਾ ਨੇ ਇਸ ਜਿੰਦ ਤੇ ਪਿੰਡ ਨੂੰ ਸਾਜਿਆ ਤੇ ਕਰ ਕਿਰਪਾ ਦਿੱਤਿਆਂ ਜਿੰਦ ਉਸਨੇ ਮਿਹਰ ਕਰਕੇ ਸਭ ਨੂੰ ਜਿੰਦ ਦਿੱਤੀ ਹੈ। ਜਿਤਨੇ ਵੀ ਜੀਵ ਨੇ ਸਾਰਿਆਂ ਵਿੱਚ ਜਿੰਦ ਹੈ, ਸਾਰਿਆਂ ਵਿੱਚ ਆਤਮਾ ਹੈ, ਸਾਰਿਆਂ ਵਿੱਚ ਉਹ ਪਾਵਰ, ਉਹ ਸ਼ਕਤੀ ਕੰਮ ਕਰ ਰਹੀ ਹੈ। ਜਿਹਨੂੰ ਸਾਇੰਸ ਕਹਿੰਦੀ ਵੀ ਕੋਈ ਪਾਵਰ ਹੈ, ਕੋਈ ਐਨਰਜੀ ਹੈ, ਉਹ ਐਨਰਜੀ ਕੀ ਹੈ? ਗੁਰਬਾਣੀ ਉਹਨੂੰ ਕਹਿੰਦੀ ਜਿੰਦ। ਜਿਹੜੀ ਸਾਇੰਸ ਕਹਿੰਦੀ ਨਾ ਵੀ ਕੋਈ ਐਨਰਜੀ ਕੰਮ ਕਰ ਰਹੀ ਹੈ, ਕੋਈ ਤਾਕਤ ਕੰਮ ਕਰ ਰਹੀ ਹੈ, ਕੋਈ ਪਾਵਰ ਕੰਮ ਕਰ ਰਹੀ ਹੈ, ਸਾਧੂ ਕਹਿੰਦੇ ਉਹ ਐਨਰਜੀ ਜਿੰਦ ਹੈ, ਪਰਮਾਤਮਾ ਦੀ ਪਾਈ ਹੋਈ, ਤੇ ਉਹਨੇ ਮਿਹਰ ਕਰਕੇ ਸਾਰੇ ਜੀਵਾਂ 'ਚ ਪਾਈ ਹੈ। ਤੇ ਇਸ ਕਰਕੇ ਜਿਹੜੇ ਗੁਰਮੁਖ ਜਨ ਨੇ, ਸੰਤ ਸਾਧਨ ਸਦ ਸਦਾ, ਸੰਤ ਜਨ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਦੇ ਰਹਿੰਦੇ ਹਨ, ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ। ਉਹ ਤਾਂ ਇੱਕ ਘੜੀ ਵੀ ਕਦੇ ਰੱਬ ਨੂੰ ਨਹੀਂ ਭੁਲਾਉਂਦੇ। ਉਹ ਤਾਂ ਕਹਿੰਦੇ ਨੇ ਕਿ ਇਹ ਰੱਬਾ ਜੇ ਤੂੰ ਚੇਤੇ ਨਾ ਆਏ, ਸਾਡੀ ਤਾਂ ਹਾਲਤ ਮਰਨ ਵਾਲੀ ਹੋ ਜਾਂਦੀ ਹੈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ, ਅਵਰ ਨਾ ਦੂਜਾ ਸੂਝੇ ਕੋਈ, ਸਾਚੇ ਅਲਖ ਅਭੇਵਾ, ਤੇਰੇ ਵਰਗਾ ਤਾਂ ਕੋਈ ਸਾਨੂੰ ਸੁਝਦਾ ਹੀ ਨਹੀਂ ਹੈ। ਇਸ ਕਰਕੇ ਸੰਤ ਜਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਦੇ ਰਹਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਿਤਾ ਆਖ ਰਹੇ ਨੇ। ਹੁਣ ਅਰਾਧਦੇ ਕਿਵੇਂ ਨੇ? ਹੁਣ ਸਾਡੇ ਅੱਗੇ ਵੀ ਸਵਾਲ ਹੈ ਵੀ ਸੰਤ ਜਨ, ਗੁਰਮੁਖ ਪਿਆਰੇ, ਗੁਰਸਿੱਖ, ਰੱਬ ਦੇ ਪਿਆਰੇ ਭਗਤ, ਉਹ ਕਿਵੇਂ ਅਰਾਧਦੇ ਨੇ ਪਰਮਾਤਮਾ ਨੂੰ? ਅਰਾਧਦੇ ਤਾਂ ਰਹਿੰਦੇ ਨੇ, ਪਰ ਸਾਨੂੰ ਵੀ ਤਾਂ ਪਤਾ ਲੱਗੇ ਵੀ ਉਹ ਅਰਾਧਦੇ ਕਿਵੇਂ ਨੇ, ਅਸੀਂ ਵੀ ਅਰਾਧ ਸਕੀਏ, ਅਸੀਂ ਵੀ ਮਾਲਕ ਨੂੰ ਸਿਮਰ ਸਕੀਏ, ਅਸੀਂ ਵੀ ਪ੍ਰਭੂ ਦੀ ਸਿਫਤ ਸਲਾਹ ਕਰ ਸਕੀਏ। ਤੇ ਮਹਾਰਾਜ ਕਹਿੰਦੇ ਨੇ ਗੁਰ ਸਬਦੀ ਆਰਾਧੀਐ, ਜਪੀਐ ਨਿਰਮਲ ਮੰਤ। ਸਤਿਗੁਰ ਆਖਦੇ ਨੇ ਕਿ ਗੁਰੂ ਦੇ ਸ਼ਬਦ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਗੁਰ ਸ਼ਬਦੀ ਆਰਾਧੀਐ, ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਆਰਾਧਨਾ ਚਾਹੀਦਾ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਕਿਉਂਕਿ ਆਰਾਧਨ ਦਾ ਤਰੀਕਾ ਗੁਰੂ ਦਾ ਸ਼ਬਦ ਹੈ ਸਾਡੇ ਕੋਲ, ਵੀ ਪਰਮਾਤਮਾ ਨੂੰ ਸਿਮਰਨਾ ਹੈ, ਪਰਮਾਤਮਾ ਨੂੰ ਯਾਦ ਕਰਨਾ। ਤਾਂ ਆਪਾਂ ਬਾਣੀ ਪੜ੍ਹੀਏ, ਆਪਾਂ ਸ਼ਬਦ ਪੜ੍ਹੀਏ, ਸ਼ਬਦ ਦਾ ਅਭਿਆਸ ਕਰੀਏ। ਕਿਉਂਕਿ ਸ਼ਬਦ ਦਾ ਪੜ੍ਹਨਾ ਸਮਝ ਲਓ ਰੱਬ ਦਾ ਸਿਮਰਨ ਹੈ। ਸ਼ਬਦ ਦਾ ਅਭਿਆਸ ਕਰਨਾ ਸਿਮਰਨ ਹੈ। ਸ਼ਬਦ ਦਾ ਪਾਠ ਕਰਨਾ, ਕੀਰਤਨ ਕਰਨਾ, ਕਥਾ ਕਰਨੀ, ਇਹ ਪਰਮਾਤਮਾ ਦਾ ਸਿਮਰਨ ਹੈ। ਉਦੋਂ ਇਹ ਸਿਮਰਨ ਹੋਏਗਾ ਜਦੋਂ ਕੋਈ ਵੱਡਾ ਚੱਟੀ ਨਹੀਂ ਕਰਦਾ, ਜਦੋਂ ਲਗਨ ਦੇ ਨਾਲ, ਪ੍ਰੇਮ ਦੇ ਨਾਲ, ਸੇਵਾ ਭਗਤੀ ਭਾਵ ਦੇ ਵਿੱਚ ਜਦੋਂ ਕੋਈ ਕਰਦਾ ਹੈ, ਤੇ ਉਹਦਾ ਇੱਕ ਇੱਕ ਪੜ੍ਹਿਆ ਸ਼ਬਦ, ਕੀਤੀ ਕਥਾ, ਕੀਰਤਨ, ਪਾਠ, ਸਿਮਰਨ, ਇਹ ਸਭ ਪਰਮਾਤਮਾ ਦੀ ਬੰਦਗੀ ਦਾ ਹਿੱਸਾ ਬਣ ਜਾਂਦੇ ਆ। ਇਸ ਕਰਕੇ ਗੁਰੂ ਦੇ ਸ਼ਬਦ ਰਾਹੀਂ ਸਿਮਰਨ ਕਰਨਾ। ਗੁਰੂ ਤੋਂ ਬਿਨਾਂ ਨਹੀਂ, ਆਪਣੀ ਮਨਮਰਜ਼ੀ ਨਾਲ ਨਹੀਂ। ਆਪਣੀ ਮਰਜ਼ੀ, ਮਨਮਰਜ਼ੀ ਦਾ ਸਿਮਰਨ ਪਤਾ ਕਿੱਦਾਂ ਦਾ ਹੁੰਦਾ ਹੈ? ਇਹ ਦੋ ਗੱਲਾਂ ਤੁਹਾਡੇ ਸਾਹਮਣੇ ਕਲੀਅਰ ਕਰੇ ਦਾਸ। ਕਿ ਇੱਕ ਬੰਦਾ ਸੀ, ਉਸਨੇ ਪੁੱਛਿਆ ਵੀ ਮੈਂ ਪਾਣੀ ਕੱਢਣਾ। ਉਸ ਕਿਸੇ ਨੇ ਕਹਿ ਦਿੱਤਾ ਸਿਆਣੇ ਵੀ ਧਰਤੀ ਪੁੱਟ ਕੇ ਪਾਣੀ ਨਿਕਲਦਾ। ਹੁਣ ਜਿਹੜੇ ਆਪਣੀ ਮਨਮਰਜ਼ੀ ਨਾਲ ਕਰਦੇ ਨੇ, ਇੱਕ ਬੰਦੇ ਨੇ 4 ਫੁੱਟ ਟੋਹਾ ਪੁੱਟਿਆ, ਪਾਣੀ ਨਹੀਂ ਨਿਕਲਿਆ, ਛੱਡ ਦਿੱਤਾ। ਪੁੱਟਣਾ ਸ਼ੁਰੂ ਕਰ ਦਿੱਤਾ, ਸ਼ਾਇਦ ਇੱਥੇ ਪਾਣੀ ਨਹੀਂ ਹੈ। 4-5 ਫਿਰ ਪੁੱਟਿਆ, ਉੱਥੇ ਵੀ ਪਾਣੀ ਨਹੀਂ ਨਿਕਲਿਆ, ਫਿਰ ਛੱਡ ਦਿੱਤਾ। ਫਿਰ ਤੀਜੀ ਥਾਂ 'ਤੇ ਫਿਰ ਟੋਹਾ ਪੁੱਟਣਾ ਸ਼ੁਰੂ ਕਰ ਦਿੱਤਾ, ਉੱਥੇ ਵੀ 7-8 ਪੁੱਟਿਆ, ਫਿਰ ਪਾਣੀ ਨਾ ਨਿਕਲਿਆ। ਆਖਿਰਕਾਰ ਟੋਹੇ ਪੁੱਟ ਪੁੱਟ ਕੇ ਧਰਤੀ ਸਾਰੀ ਟੋਹੇ ਪੁੱਟ ਕੇ ਖੋਖਲੀ ਕਰ ਦਿੱਤੀ, ਪਰ ਪਾਣੀ ਹੱਥ ਨਾ ਲੱਗਿਆ। ਫਿਰ ਹਾਰ ਕੇ ਪੁੱਛਣ ਲੱਗਾ, ਮੈਨੂੰ ਕਿਸੇ ਨੇ ਕਿਹਾ ਸੀ ਧਰਤੀ ਵਿੱਚ ਪਾਣੀ ਹੈ, ਟੋਹਾ ਪੁੱਟੋ, ਮੈਂ ਤਾਂ ਇਤਨੇ ਸਾਰੇ ਪੁੱਟ ਲਏ ਨੇ, ਪਾਣੀ ਤੇ ਮਿਲਿਆ ਨਹੀਂ। ਉਹ ਕੋਈ ਸਿਆਣਾ ਸੀ, ਉਹਨੇ ਕਿਹਾ ਮੂਰਖਾ, ਟੋਹੇ ਤਾਂ ਪੁੱਟ ਲਏ ਨੇ, ਜਿਸਨੇ ਕਿਹਾ ਉਸਨੇ ਠੀਕ ਕਿਹਾ, ਧਰਤੀ 'ਚ ਪਾਣੀ ਹੈ, ਪਰ ਜਿਤਨੀ ਤੂੰ ਮਿਹਨਤ ਕੀਤੀ ਹੈ, ਜੇ ਟੋਹਾ ਤੂੰ ਇੱਕੋ ਥਾਂ 'ਤੇ, ਕਿਉਂਕਿ ਗੁਰੂ ਕਹਿੰਦਾ ਇੱਕੋ ਥਾਂ 'ਤੇ ਲਗਨ ਨਾਲ ਸਿਮਰਨ ਕਰੋ, ਇੱਕੋ ਪਰਮਾਤਮਾ ਦਾ ਸਿਮਰਨ ਕਰੋ, ਵੱਖ ਵੱਖ ਟੋਏ ਨਾ ਪੁੱਟੋ। 4 ਦਿਨ ਕਿਸੇ ਦੀ ਬੰਦਗੀ ਕਰ ਲਈ, 4 ਦਿਨ ਕਿਸ ਨੂੰ ਧਿਆ ਲਿਆ, 4 ਦਿਨ ਕਿਸੇ ਦਾ ਜਾ ਕੇ ਪਾਣੀ ਝਾੜ ਦਿੱਤਾ, 4 ਦਿਨ ਕਿਸੇ ਦੀ ਸੇਵਾ ਕਰ ਲਈ। ਬੰਦਾ ਕਰਦਾ ਇੱਦਾਂ ਹੀ ਹੈ। 4 ਦਿਨ ਕਹਿੰਦੇ ਮੈਂ ਸੂਰਜ ਨੂੰ ਪਾਣੀ ਦਿੰਦਾ, 4 ਦਿਨ ਕਹਿੰਦਾ ਮੈਂ ਪਿੱਪਲ ਨੂੰ ਪਾਣੀ ਦਿੰਦਾ, 4 ਦਿਨ ਕਹਿੰਦਾ ਮੈਂ ਫਲਾਣੀ ਥਾਂ 'ਤੇ ਜਾਂਦਾ। ਸੋ ਕਹਿਣ ਦਾ ਮਕਸਦ ਟੋਹੇ ਬੰਦਾ ਪੁੱਟੀ ਜਾ ਰਿਹਾ।
पर एक टोहा पुटना सी। सियाणे ने कहा पानी धरती विच, जिसने कहा सी उन्हें सत कहा सी। कहने मैं तो टोहे पुट्टे ने। आखन लगे जितनी तू मेहनत की सैकड़े टोहा पुट्टन की, जे इक्को थां ते तू टोहा पुट्टिया हुंदा ना तो हुण तक तैनूं पानी की प्राप्ति हो जानी सी। उचारण करो सतनाम। तो गुरु की कहंदा एक थां ते टोहा पुट है जी। गुरु की कहंदा एक थां ते टोहा पुट, पुटदा चला जा जदों तक पानी नहीं आउंदा, सिमरन करदा चला जा जदों परमात्मा तैनूं मिल नहीं जाता। पर एक अकाल पुरख का सिमरन कर। गुरु कहंदा इक्का बाणी एक गुर इक्को शब्द विचार। इक्का बाणी है, एक गुर है, इक्को शब्द के विचार के नाल जुड़। पर साडी हालत है असी थां थां ते टोहे पुटदे फिरदे हाँ। साडी हालत है असी जो जने खने दे मगल लगे फिरदे हाँ। गल नहीं बनेगी जिन्ना चिर असी एक पासे नहीं होवांगे और उस काम नूं लगन नाल नहीं करांगे, खेड नहीं बनेगी। फिर महाराज कहने गुर शब्दी आराधीए जपीए निर्मल मंत। उसका पवित्र जाप जपना चाहिए, निर्मल मंत्र जपना चाहिए जिहड़ा कि मन नूं निर्मल कर दे। इहनूं महाराज कहंदे घर सुख वसिया बाहर सुख पाया, कहो नानक गुर मंत्र दृढ़ाया। जिहड़ा गुरु ने मंत्र दृढ़ कराया उन्होंने जप। तो गुरु ने किहड़ा मंत्र दृढ़ कराया? गुरु ने कृपा की है कि वाहिगुरु गुरु मंत्र है जप हौमै खोई। भाई गुरदास जी ने लिखा भी मेरे गुरु ने यह मंत्र दृढ़ कराया कि वाहिगुरु गुर मंत्र है, इसनूं जपदा चला जा तेरी हौमै दूर हो जानी है। अभ्यास कर उसका। अभ्यास करना एक थां ते टोहा पुट्टन दी न्याई है। इस करके साहिब कहते ने उस परमात्मा का जिहड़ा मंत्र है, पवित्र जाप है, उन्होंने जप जिहड़ा निर्मल है। क्योंकि परमेश्वर का नाम ही निर्मल है, वो सानू निर्मल कर सकता है। प्रभु का नाम बिल्कुल इस तरह है जिवें सूरज दीयां किरणां ने। तुसीं देखो ना सूरज निकलदा है, उसदियां किरणां गंदियां थावां ते भी पैंदियां ने, बदबू वाली थावां ते भी पैंदियां ने, विष्टा ते भी पैंदियां ने, कमल के फुल भी पैंदियां ने। पर कभी किसी ने कहा भी सूरज की किरण मैली हो गई है जिहड़ी विष्टा ते पई है। नहीं, भी वो शाम नूं सूरज की किरण मैली होकर मुड़ रही है। नहीं प्यारिओ, वो तो सूरज की किरण जिहड़ी विष्टा सी, गंदगी सी, जिथे बदबू आ रही सी, वो तो उन्होंने भी सुका दिंदी है। सगों उन्हां थावां नूं भी बदबू तो रहत कर दिंदी। सूरज विच इस तरह की खेड है, सूरज की किरण दे अंदर ऐसी ताकत है, इस तरह की ताकत है नाम विच। नाम जिहड़ा कदी मैला नहीं हुंदा। हिरदा जितना मर्जी मैला होवे, जिस हिरदे विच नाम चल पैंदा है, वो नाम की करदा है, उस हिरदे नूं पवित्र कर दिंदा है। ताई महाराज ने कहा कि भरी है मत पापां कै संग ओ धोप है नामै कै रंग। नाम दे रंग नाल पाओ कि नाम नाल प्रेम करी, तेरे अंदर दी पापां दी मत जिहड़ी है ना वो धोती जाएगी। अभ्यास करें। तो इस करके सतगुरु इत्थे आख रहे ने जपीए निर्मल मंत्र। परमात्मा का निर्मल मंत्र पाओ कि निर्मल जाप जप। फिर कह रहे ने कीमत कहन ना जाइए परमेश्वर बेअंत। वो परमात्मा सब तो बड़ा है, बेअंत है, सबना का मालक है। उसके गुणों का अंत नहीं पै सकता, उसका मुल नहीं पाया जा सकता। आपां की कहांगे परमात्मा नूं? साधु कहने जिहवा एक कवण गुण कहिए बेसुमार बेअंत स्वामी तेरो अंत न किन्हीं लही है। जब साधु कहने तेरे कवण कवण गुण कह के गावा तू साहिब गुणी निधाना तुमरी महिमा वरन न साको तू ठाकुर ऊच भगवाना। महाराज कहते वो बेअंत है परमात्मा। परमेश्वर बेअंत है, उसका अंत नहीं पाया जा सकता। उसकी जिहड़ी कीमत है वो कीमत उसका कोई मुल नहीं पाया जा सकता भी रब का कोई मुल पा सकता है। अज तक ऐसी कोई चादर नहीं बनी जिहड़ी रब नूं भी ढक लवे। ऐसा कोई पदार्थ नहीं बनया जिहड़ा रब नूं खरीद सकता होवे। रब नूं ना ढकिया जा सकता, ना खरीदिया जा सकता, ना रब नूं बेचा जा सकता, ना रब का अंत पाया जा सकता। ये गल वखरी है कि लोग
ਰੱਬ ਨੂੰ ਵੀ ਮੂਰਤਾਂ ਬਣਾ ਕੇ ਵੇਚਣ ਦਾ ਯਤਨ ਕਰਦੇ ਨੇ। ਪਰ ਗੁਰੂ ਨਾਨਕ ਨੇ ਕਿਹਾ, ਉਹ ਮੂਰਖੋ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਰਨਾ ਤੇ ਕੁਝ ਹੋਰ ਸੀ। ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸਿਫਤ ਕਰਨੀ ਸੀ, ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਨੂੰ ਬਣਾਇਆ ਨਹੀਂ ਜਾ ਸਕਦਾ। ਉਹ ਤਾਂ ਆਪਣੇ ਆਪ ਦੇ ਵਿੱਚ ਹੀ ਹੈ ਸਾਰਾ ਕੁਝ। ਇਹ ਗੱਲ ਵੱਖਰੀ ਹੈ ਕਿ ਗੁਰੂਆਂ ਦੀਆਂ ਫੋਟੋਆਂ, ਲੋਕ ਤਾਂ ਸਵਰਗ ਨਰਕਾਂ ਦੇ ਨਕਸ਼ੇ ਬਣਾ ਕੇ ਵੇਚੀ ਜਾਂਦੇ ਨੇ, ਪਰਮਾਤਮਾ ਬਣਾ ਕੇ ਵੇਚੀ ਜਾਂਦੇ ਨੇ। ਪਰ ਸੱਚ ਇਹ ਹੈ ਕਿ ਜਿਹੜਾ ਰੱਬ ਹੈ ਉਹਨੂੰ ਵੇਚਿਆ ਨਹੀਂ ਜਾ ਸਕਦਾ, ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ। ਉਹ ਬੇਅੰਤ ਹੈ ਮਾਲਕ। ਫਿਰ ਕਹਿ ਰਹੇ ਨੇ ਸਤਿਗੁਰੂ, ਜਿਸ ਮਨ ਵਸੈ ਨਰਾਇਣੋ ਸੋ ਕੇਵੰਤ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਆ ਵਸਦਾ ਹੈ, ਉਸ ਨੂੰ ਭਾਗਾਂ ਵਾਲਾ ਆਖਣਾ ਚਾਹੀਦਾ। ਭਗਵੰਤ ਦਾ ਅਰਥ ਹੈ ਭਾਗਾਂ ਵਾਲਾ। ਕਿਉਂਕਿ ਜਿਸ ਦੇ ਮਨ ਵਿੱਚ ਪਰਮਾਤਮਾ ਆ ਕੇ ਵਸ ਗਿਆ ਹੈ, ਪਰਮਾਤਮਾ ਦੀ ਯਾਦ ਵਸ ਗਈ ਹੈ, ਉਹੀ ਮਨੁੱਖ। ਆਪਾਂ ਭਾਗਾ ਵਾਲਾ ਕਿਹਨੂੰ ਕਹਿੰਦੇ ਨੇ? ਜਿਹਦੇ ਕੋਲ ਧਨ ਵੱਧ ਹੋਵੇ। ਸੰਸਾਰ ਦੀ ਇੱਕ ਹਾਲਤ ਹੈ, ਕੌਣ ਮਾਇਆ ਵਡਿਆਈ। ਜਿਹਦੇ ਕੋਲ ਮਾਇਆ ਵੱਧ, ਅਸੀਂ ਕਹਿੰਦੇ ਬੜਾ ਭਾਗਾਂ ਵਾਲਾ ਬੰਦਾ ਹੈ, ਬੜੀ ਮਾਇਆ ਜੀ ਇਸਦੇ ਕੋਲ। ਸਤਿਗੁਰੂ ਇਸ ਤਰ੍ਹਾਂ ਨਹੀਂ ਕਹਿੰਦੇ। ਸਤਿਗੁਰੂ ਆਖਦੇ ਨੇ, ਕਹਿੰਦੇ ਸੋ ਵੱਡਾ ਜਿਨ ਰਾਮ ਨਿਵਲਾਈ। ਦੁਨੀਆ ਕਹਿੰਦੀ ਹੈ ਕੌਣ ਵੱਡਾ? ਮਾਇਆ ਵਡਿਆਈ। ਸਤਿਗੁਰੂ ਕਹਿੰਦੇ ਸੋ ਵੱਡਾ ਜਿਨ ਰਾਮ ਨਿਵਲਾਈ। ਕਹਿੰਦੇ ਉਹ ਵੱਡਾ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜਦਾ ਹੈ। ਦੁਨੀਆ ਜੋ ਮਰਜ਼ੀ ਕਹੀ ਜਾਵੇ, ਪਰ ਪਰਮਾਤਮਾ ਦੀ ਨਜ਼ਰ ਵਿੱਚ ਉਹ ਵੱਡਾ ਨਹੀਂ। ਦੁਨੀਆ ਦੀ ਨਜ਼ਰ 'ਚ ਹੋ ਸਕਦਾ ਹੈ ਵੱਡਾ ਕਾਰੋਬਾਰੀ, ਹੋ ਸਕਦਾ ਹੈ ਬਹੁਤ ਸਾਰੇ ਧਨ ਦਾ ਮਾਲਕ ਹੋ ਸਕਦਾ ਹੈ, ਪਰ ਸੱਚ ਹੈ ਕਿ ਪਰਮਾਤਮਾ ਦੇ ਘਰ ਵਿੱਚ ਤਾਂ ਉਹੀ ਵੱਡਾ ਹੈ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਵੇ। ਭਾਵੇਂ ਉਹ ਧਨਵਾਨ ਹੋਵੇ, ਭਾਵੇਂ ਕੰਗਾਲ ਹੋਵੇ। ਧਨਵਾਨ ਵੀ ਜੁੜੇ ਹੋ ਸਕਦੇ ਨੇ। ਗੁਰਮਤਿ ਨੇ ਇਹ ਨਹੀਂ ਕਿਹਾ ਕਿ ਧਨਵਾਨ ਰੱਬ ਨਾਲ ਨਹੀਂ ਜੁੜ ਸਕਦਾ, ਧਨਵਾਨ ਰੱਬ ਨਾਲ ਲਿਵ ਨਹੀਂ ਜੋੜ ਸਕਦਾ। ਉਹ ਵੀ ਜੋੜ ਸਕਦਾ ਹੈ। ਗਰੀਬ ਵੀ ਜੋੜ ਸਕਦਾ ਹੈ, ਕੰਗਾਲ ਵੀ ਜੋੜ ਸਕਦਾ ਹੈ। ਅਮੀਰ ਗਰੀਬ, ਛੋਟਾ ਵੱਡਾ, ਹਰ ਇੱਕ ਪਰਮਾਤਮਾ ਨਾਲ ਜੁੜ ਸਕਦਾ ਹੈ। ਇਸ ਕਰਕੇ ਪਿਆਰ ਵਾਲਿਓ, ਸਾਧੂ ਕਹਿੰਦੇ ਜਿਸ ਮਨ ਵਸੈ ਨਰਾਇਣੋ, ਜਿਹਦੇ ਮਨ ਵਿੱਚ ਪਰਮਾਤਮਾ ਆ ਵਸਦਾ, ਸੋ ਕਹੀਐ ਭਗਵੰਤ ਵਾਲਾ ਆਖਿਆ ਜਾਂਦਾ ਹੈ। ਤੇ ਅਗਲੇ ਵਚਨ ਕੀਤੇ ਮਰਨੇ, ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ। ਆਖਣ ਲੱਗੇ ਜਿਸ ਨੂੰ ਮਾਲਕ ਖਸਮ ਪ੍ਰਭੂ ਮਿਲ ਪੈਂਦਾ ਹੈ, ਉਹਦੀ ਜਿੰਦ ਦੀ ਜਿਹੜੀ ਹਰੇਕ ਤਾਂਘ ਹੈ ਉਹ ਪੂਰੀ ਹੋ ਜਾਂਦੀ ਹੈ। ਉਹ ਜੀਵ ਦੀ ਜਿਹੜੀ ਤਾਂਘ ਹੈ ਉਹ ਪੂਰੀ ਹੋ ਜਾਂਦੀ ਹੈ। ਕਿ ਉਸ ਜੀਵ ਦੀ ਕੋਈ ਤਾਂਘ ਐਸੀ ਨਹੀਂ ਰਹਿੰਦੀ ਜਿਹੜੀ ਪੂਰੀ ਨਾ ਹੁੰਦੀ ਹੋਵੇ। ਜੀ ਕੀ ਲੋਚਾ ਪੂਰੇ, ਉਹਦੀ ਜਿਹਦੀਆਂ ਲੋਚਾਵਾਂ, ਜਿਹਦੀਆਂ ਇੱਛਾਵਾਂ ਸਭ ਪੂਰੀਆਂ ਹੋ ਜਾਂਦੀਆਂ। ਕਿ ਉਸ ਦਾ ਕੰਟੈਕਟ ਪਤਾ ਕਿਹਦੇ ਨਾਲ ਹੈ? ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਕਹਿੰਦੇ ਉਸ ਦਾ ਸੰਬੰਧ ਬਣ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਜਿਹੜਾ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ। ਮੇਰੇ ਮਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਸਵਾਮੀ ਦੇ ਨਾਲ ਜੁੜ ਜਾਂਦਾ ਹੈ। ਜੀ ਕੀ ਲੋਚਾ ਪੂਰੀ ਹੈ ਮਿਲੇ ਸਵਾਮੀ ਕੰਤ। ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮਿਲ ਪੈਂਦਾ, ਉਹਨਾਂ ਦੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਕਿਉਂਕਿ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ, ਦੁਖ ਬਿਨਸੇ ਸੁਖ ਪਾਇਆ। ਦਿਆਲ ਹੋਆ ਪਾਰਬ੍ਰਹਮ ਸਵਾਮੀ ਪੂਰਾ, ਸਤਿਗੁਰ ਧਿਆਇਆ। ਪ੍ਰਭ ਜਿਉ ਤੂੰ ਮੇਰੇ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਗੁਣ ਗਾਵੋ ਰੰਗ ਰਾਤਾ। ਤੇ ਸਤਿਗੁਰ ਨਾਮ ਨਿਧਾਨ ਰਿੜਾਇਆ, ਚਿੰਤਾ ਸਗਲ ਵਿਨਾਸੀ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਨਾਸੀ। ਤਾਕੋ ਵਿਗਨ ਨ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੇ। ਚਰਨ ਕਮਲ ਵਸੇ ਰਿਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਮਰ ਕਹਿੰਦੇ ਕਰ ਸੇਵਾ ਸੇਵਕ ਪ੍ਰਭੂ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਜਿਸਨੇ ਤੇਰੀ ਮਨ ਦੀ ਕੀਤੀ ਨਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਨਾਨਕ ਦਾਸ ਤਾਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਮਾਰ ਕਹਿੰਦੇ ਮੈਂ ਉਸ ਤੋਂ ਬਲਿਹਾਰ ਹਾਂ, ਮਾਲਕ ਤੋਂ, ਜਿਸਨੇ ਪੂਰਨ ਪੈਜ ਰੱਖ ਲਈ ਹੈ ਮੇਰੀ। ਇਸ ਕਰਕੇ ਸਾਹਿਬ ਜੀ ਕਹਿਣ ਲੱਗੇ, ਦਾਤਾ ਸਤਿਗੁਰ ਕਹਿੰਦੇ ਨੇ ਉਹ ਮਾਲਕ ਜਿਨ੍ਹਾਂ ਨੂੰ ਮਿਲ ਪੈਂਦਾ ਨਾ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਕਿਉਂਕਿ ਰੱਬ ਨੂੰ ਮਿਲਣ ਤੋਂ ਬਾਅਦ ਫਿਰ ਕੋਈ ਇੱਛਾ ਰਹੀ ਨਹੀਂ ਜਾਂਦੀ।
जे रब की याद जीवन च आ गई, परमात्मा के उत्ते विश्वास भरोसा हो गया, तो सच जानना बाद दे विच कोई चीज़ रही नहीं जाती। जिहड़ा शब्द तुसीं पढ़दे हो ना, महाराज कहते जिसके सिर ऊपर तू स्वामी सो दुख कैसा पावै, बोल ना जाने माया मदमाता मरना चीत ना आवै, मेरे राम राय तू संतां का संत तेरे, तेरे सेवक को पोह किछ नाही जम नहीं आवै नेरे, जो तेरे रंग राते स्वामी तिनका जन्म मरण आसा, तेरी बख्श न मिटे कोई सतगुर का दिलासा, नाम तिहायन सुख फल पायन आठ पैर आराधै, तेरी शरण तेरे परवासै पंच दुष्ट लै साधै। वो अपने पंच दुष्टां नूं भी साध लैंदे, उन्हां दे उत्ते ऐसी कृपा हो जाती मालक दी, हर एक जीवन की इच्छा पूरी हो जाती। फिर अगली पंक्तियां सतगुर आख रहे ने, कहन लगे नानक जीवै जप हरि दोख सबे ही हंत। आखन लगे कि नानक भी उस हरि का नाम जप के आत्मिक जीवन हासिल कर रहा है, अते सारे ही दोख जिहड़े ने वो दूर हो गए हैं, नाश हो गए हैं। पाओ कि जितने भी ताप ने वो सारे नाश हो गए ने। जिमें जिमें अकाल पुरख वाहिगुरू नूं आराधांगे, आत्मिक जीवन हासिल जिन्हां ने कर लिया ना, नानक जीवै जप हरि। जीवै का अर्थ है आत्मिक जीवन हासिल करना। गुरबाणी ने जीवना और मरना अंदर की खेड नूं कहा है। मन के आखां जीवां विसरै मर जाऊं, जे आखदा हाँ तां जिउंदा हाँ, जे भुल जांदा ते मौत हो जाती है। शरीर का जीवना जीना नहीं कहा गुरु साहब ने, कहा तेरी आत्मा जीउंदी है, तेरा अंदर का जमीर जीउंदा, तू जीउंदा है। तेरा जमीर मर गया, तेरे विच शुभ गुण मर गए, तेरे विच परमात्मा की याद खत्म हो गई, आत्मिक जीवन तेरा मर गया, समझ लै तेरी मौत हो गई। उन्होंने महाराज ने मृतक कहा है। अत सुंदर कुलीन चतुर्मुख ज्ञानी धनवंत, मृतक कहिए नानका जे प्रीत नहीं भगवंत। साधु कहते जे प्यार नहीं तो मृतक है, और कुछ भी नहीं है। तो प्यार जिन्हों का बनया रब नाल उही जिउंदे है, जिन्हों का प्यार नहीं परमात्मा नाल, सदगुरु कहते वो तो मरे दे न्यायी ने। इस करके नानक जीवै जब हरि, नानक तो हरि परमात्मा के नाम नूं जप के आत्मिक जीवन हासिल करता है। तो कह लगे दोग सभे ही हंत, तो जीवन विचों सारे दे सारे जिहड़े पाप ने ना वो नाश हो गए हैं। फिर कह रहे ने दिन रैन जिस ना विसरै, सो हरिया होवै जंत। सतगुर आखन लगे जिस मनुख नूं ना दिने ना रात किसी वेले भी परमात्मा नहीं भुलदा। पाओ कि दिन रात हर वेले जिन्होंने परमात्मा चेते रहिंदा है, वाहिगुरू जी नहीं भुलते जिन्होंने, सो हरिया होवै जंत। सदु कहते ने वो मनुख आत्मिक जीवन वाला हो जाता है। जिमें पानी तो बिना खेती सुक जाती है, रुख सुक जाते ने, तो पानी मिल जाए तो रुख तो खेती हरी भरी हो जाती है। इस तरह परमात्मा के नाम तो बिना, उसकी याद तो बिना अंदरला सुक जाता है, पर परमात्मा का नाम मिल जाए तो अंदरला हरा भरा हो जाता है। दो फरमान दे के दास समाप्ति करे। एक कहते सतगुर मेरे माधो जी, सतसंगत मिले सो तरिया, गुर प्रसाद परम पद पाया, सूके काष्ट हरिया। या आप रोज़ पढ़ते हाँ, तेरा कीता जातो नाही मैनों जोग कीतोई, मैं निर्गुण यारे को गुण नाही, आपे तरस पयोई तरस पया मेहरामत होई, सतगुर सज्जन मिलया। मैं कहने नानक नाम मिलै तां जीवा तन मन थीवै हरिया। हे नानक नाम मिल जाए तो मैं आत्मिक जीवन जीवदा है, और आत्मिक जीवन जीवना ही समझ लो मैं हरा भरा हो जाता। तन मन थीवै, मेरा तन ते मेरा मन हरा भरा हो जाता है। ਜਿਹੜੇ ਜਨਤਾ ਨੂੰ परमात्मा जी नहीं भुलते, दिन रात रब जी चेते ने, सच जानना सो हरिया होवे जंत, वो जंत ही हरा भरा हुंदा है। ਉਹਦਾ तन मन थीवे हरिया रहिंदा है, प्रसन्न रहिंदा है। हरे भरे का अर्थ है जीवन का, मन का प्रसन्न रहना, तन का प्रसन्न रहना। तन का अरोगी रहना, मन का असोगी रहना। क्योंकि तन रोगी हुंदा है, मन सोगी हुंदा है। असी भावें कही जाते हैं जी बड़ी चढ़ती कला, बड़ी कृपा है, शुक्र शुकराना है परमात्मा का, पर ख्याल करना अंदरों पता लग रहा होंदा कि बंदा साड़े च बैठा किते, अंदरों सड़िया पिया।
ਅੱਜ ਸਾਡੇ ਕੋਲ ਵਰਡ ਰਹਿ ਗਏ ਨੇ, ਪਰ ਅੰਦਰ ਉਹ ਗੱਲ ਹੈ ਨਹੀਂ ਹੈ। ਅੰਦਰੋਂ ਨਿਕਲੇ ਵੀ ਹਾਂ ਚੜ੍ਹਦੀ ਕਲਾ ਹੈ, ਅੰਦਰੋਂ ਨਿਕਲੇ ਕਿ ਸ਼ੁਕਰ ਸ਼ੁਕਰਾਨਾ ਮਾਲਕ ਦਾ, ਧੰਨਵਾਦ ਹੈ ਅਕਾਲ ਪੁਰਖ ਦਾ। ਪਤਾ ਚਲੇ ਹਾਂ ਕਿ ਅੰਦਰੋਂ ਆਤਮਾ ਵੀ ਕਹਿ ਰਹੀ ਹੈ, ਹਾਂ ਰੱਬਾ ਤੇਰਾ ਸ਼ੁਕਰ ਹੈ, ਤੂੰ ਜੀਵਨ ਦਿੱਤਾ, ਤੂੰ ਸਾਨੂੰ ਪਾਲ ਰਿਹਾ, ਸਾਡੇ ਉੱਤੇ ਕਿਰਪਾ ਕਰੇ। ਅਹਿਸਾਸ ਹੋਵੇ ਕਿਤੇ ਇੱਦਾਂ ਦਾ। ਇਹ ਸਾਰੀਆਂ ਗੱਲਾਂ ਅਹਿਸਾਸ ਵਿੱਚੋਂ ਨਿਕਲਣਗੀਆਂ। ਜਦੋਂ ਸਾਨੂੰ ਅਹਿਸਾਸ ਹੋਏਗਾ ਨਾ ਕਿ ਰੱਬ ਜੀ ਨੇ ਜੀਵਨ ਦਿੱਤਾ, ਰੱਬ ਜੀ ਪਾਲ ਰਹੇ ਨੇ, ਰੱਬ ਜੀ ਦੀ ਖੇਡ ਹੈ, ਉਸ ਮਾਲਕ ਦੀ ਕਿਰਪਾ ਹੈ, ਫਿਰ ਸੱਚ ਜਾਣਨਾ ਇਹ ਤਨ ਇਹ ਮਨ ਹਰਾ ਭਰਾ ਹੋ ਜਾਵੇਗਾ। ਇਹ ਫਿਰ ਕਦੀ ਸੁੱਕੇਗਾ ਨਹੀਂ। ਜਦੋਂ ਪਰਮਾਤਮਾ ਸਾਨੂੰ ਹਰ ਵੇਲੇ ਚੇਤੇ ਰਹੇਗਾ। ਜਿਵੇਂ ਖੇਤੀ ਜਿਹੜੀ ਹੈ ਜਾਂ ਰੁੱਖ ਜਿਹੜੇ ਨੇ, ਬਨਸਪਤੀ ਜਿਹੜੀ ਹੈ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ, ਕਿਉਂਕਿ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸੱਚ ਹੈ, ਨਾਮ ਤੋਂ ਬਿਨਾਂ ਵੀ ਇਹ ਜੀਵਨ ਕੁਮਲਾ ਜਾਂਦਾ ਹੈ, ਅਤੇ ਇਸ ਦੇ ਵਿੱਚ ਜੋ ਦਾਮ ਮਿਲਣੇ ਚਾਹੀਦੇ ਨੇ ਉਹ ਨਹੀਂ ਪ੍ਰਾਪਤ ਹੁੰਦੇ। ਕਿਉਂਕਿ ਜਿਸ ਵਾਸਤੇ ਜੀਵਨ ਮਿਲਿਆ ਉਹ ਉਸ ਪਾਸੇ ਜੀਵਨ ਤੁਰਦਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਈਏ, ਆਪਣੇ ਮਨ ਨੂੰ ਆਪਣੇ ਆਤਮਾ ਨੂੰ ਗੁਰੂ ਸਾਹਿਬ ਦੇ ਨਾਮ ਦਾ ਜਲ ਦਈਏ। ਜਦੋਂ ਅਸੀਂ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾ ਲਵਾਂਗੇ, ਉਸ ਵੇਲੇ ਕਿਤੇ ਖੇਡ ਬਣ ਜਾਏਗੀ। ਫਿਰ ਕਹਿ ਸਕਾਂਗੇ ਕਿ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਪਉ ਆਪੇ ਮਿਲੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਦਿਨ ਰੈਨ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਜਿਨ੍ਹਾਂ ਨੂੰ ਨਹੀਂ ਭੁੱਲਦਾ ਉਹ ਹਰੇ ਭਰੇ ਹੋ ਜਾਂਦੇ ਨੇ। ਸਾਨੂੰ ਵੀ ਰੱਬ ਜੀ ਨਾ ਭੁੱਲਣ, ਇਹ ਅਰਦਾਸ ਹੈ ਸਾਰਿਆਂ ਲਈ ਵੀ ਸਤਿਗੁਰੂ ਤੁਸੀਂ ਕਿਰਪਾ ਕਰੋ, ਆਪਣਾ ਤਰਸ ਕਰੋ। ਕਿਉਂਕਿ ਜੇ ਤੁਸੀਂ ਤੁੱਠੇ ਹੋ, ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਬੇਖਾਲ। ਇਹਾਂ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਇਹ ਨਾਮ ਦੀ ਦਾਤ ਤੇਰੀ ਮੈਂ ਹਿਰਦੇ 'ਚ ਸੰਭਾਲ ਕੇ ਰੱਖਾਂ, ਦਿਨ ਰਾਤ ਤੇਰੇ ਨਾਮ ਨੂੰ ਚੇਤੇ ਰੱਖਾਂ। ਇਹ ਅਰਦਾਸ ਆਪਣੇ ਵਾਸਤੇ ਸਾਰੇ ਕਰਕੇ ਜਾਓ। ਦਾਸ ਵਾਸਤੇ ਵੀ ਅਰਦਾਸ ਕਰਨੀ ਕਿ ਮਹਾਰਾਜ ਦੇਹ ਰੋਗਤਾ, ਨਾਮ ਬਾਣੀ ਦਾ ਅਭਿਆਸ ਜੋ ਕਹਿੰਦੇ ਹਾਂ, ਸੰਗਤ ਨੂੰ ਜੋ ਦੱਸਦੇ ਹਾਂ, ਉਹ ਆਪਣੇ ਜੀਵਨ ਵਿੱਚ ਕਮਾ ਸਕੀਏ। ਇਹ ਆਪ ਜੀ ਨੇ ਅਰਦਾਸ ਕਰਨੀ, ਗੁਰੂ ਸਾਹਿਬ ਮਿਹਰ ਕਰਨਗੇ ਤਾਂ ਕਿ ਜੀਵਨ ਦਾ ਇਹ ਵਿਚਾਰਧਾਰਾ, ਇਹ ਸ਼ਬਦ ਸਾਡਾ ਆਧਾਰ ਬਣ ਜਾਏ। ਇਤਨੀਆਂ ਬੇਨਤੀਆਂ ਪ੍ਰਵਾਨ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕੇ ਵਚਨ ਹਿਰਦੇ 'ਚ ਵਸਾਣਾ। ਪਿਆਰ ਨਾਲ ਗੁਰਫਤਿਹ ਦੀ ਸੰਤ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਨੂੰ ਬੇਨਤੀ ਹੈ, ਜਿਵੇਂ ਪਿਛਲੇ ਦਿਨਾਂ ਤੋਂ ਲੋਕਡਾਊਨ ਹੋਣ ਕਰਕੇ ਗੁਰੂ ਘਰ ਜਿਹੜੇ ਸਨ ਜਦੋਂ ਖੁੱਲ੍ਹੇ ਨੇ ਤੇ ਸਵੇਰੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਖੁੱਲ੍ਹ ਰਹੇ ਸਨ। ਹੁਣ ਸਾਧ ਸੰਗਤ ਨੂੰ ਬੇਨਤੀ ਹੈ, ਸਵੇਰੇ 5 ਵਜੇ ਤੋਂ ਲੈ ਕੇ 12:30 ਵਜੇ ਤੱਕ ਗੁਰੂ ਘਰ ਖੁੱਲ੍ਹਿਆ ਰਿਹਾ ਕਰੇਗਾ। ਜਿਨ੍ਹਾਂ ਨੇ ਵੀ ਮੱਥਾ ਟੇਕਣਾ ਹੈ, ਉੱਪਰ 2nd ਫਲੋਰ 'ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ, ਸਹਿਜ ਪਾਠ ਕਰਨਾ ਹੈ, ਹੁਕਮਨਾਮਾ ਲੈਣਾ ਹੈ, ਚੋਰ ਸਾਹਿਬ ਦੀ ਸੇਵਾ ਕਰਨੀ ਹੈ, 2nd ਫਲੋਰ 'ਤੇ ਸੰਗਤਾਂ ਇਹ ਸੇਵਾ ਕਰ ਸਕਦੀਆਂ ਹਨ। ਸੋ ਸ਼ਾਮ ਦਾ ਉਹੀ ਟਾਈਮ ਹੈ ਜੋ 6 ਤੋਂ ਲੈ ਕੇ 9 ਵਜੇ ਤੱਕ ਗੁਰੂ ਘਰ ਸੰਗਤਾਂ ਵਾਸਤੇ ਖੁੱਲ੍ਹਦਾ ਹੈ। ਸੋ ਆਪ ਜੀ ਨੇ ਵੱਧ ਚੜ੍ਹ ਕੇ ਜਿੱਥੇ ਕਿ ਹੋਰਨਾਂ ਨੂੰ ਵੀ ਪ੍ਰੇਰਨਾ ਕਰਨੀ ਤਾਂ ਕਿ ਵੱਧ ਚੜ੍ਹ ਕੇ ਸੰਗਤ ਗੁਰੂ ਘਰ ਦੇ ਵਿੱਚ ਪਹੁੰਚੇ। ਗੁਰੂ ਸਾਹਿਬ ਜੀ ਦੇ ਘਰ ਦਾ ਕੀਰਤਨ ਕਥਾ ਜੋ ਵੀ ਪ੍ਰਸੰਗ ਇੱਥੇ ਚੱਲਦਾ ਉਹ ਬਣਾਓ। ਇਤਨੇ ਬਚਨ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।